दुनिया मुकामे फानी, तहकीक दिल दानी। मम सर मुए अज़राइल गिरफ्त है, दिल हेच नादानी। जन पिसर पदर बिरादरा, कस नेस दस्तंगीर। आखिर बेअफ्तम कश ना दारद, चू सवद तकबीर। सब रोज गश्तम दर हवा, कर दें बदी ख्याल। गाहे नानकी कार करदम, मम इतनी अहवाल। बदबख्त हम चो बखील गाफिल, बेनज़र बेबाक। नानक बगोयद जन तुरा, तेरे चक्रा पा खाक। जग रचना सब झूठ है, जान लेहो रे मीत। कह नानक थिर ना रहे, ज्यों बालू की पीत। पतत पावन भगत वशल, किरपा दे खजाने, कलयुग दे जीवां नूं तारन वाले, सर्ब सांझी वालता दे मुजस्मे, सर्ब मनुखता दे सांझे रहबर वालिए कुल आलम। हाजरा हजूर जाहरा जहूर, सर्ब कला भरपूर। चवर तख्त छत्र दे मालिक, धन 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 श्री गुरु ग्रंथ साहिब सच्चे पातशाह जी दी पावन पवित्र मुबारक गोद अंदर। इस पावन पवित्र स्थान ते जुड़ मिल बैठी गुरु रूप गुरु खालसा साध संगत जी। जिस तरह आप जी सारे इस गल तो वाकफ हो, साडे अति सत्कारयोग बजुर्ग बापू रुलदू सिंह जी खालसा, जो अज तो ठीक 10 को दिन पहला इस मात लोक तो परलोक गवन कर गए। उन्हां दी रूह दी कल्याणता, रूह दे भले दे लई उन्हां दे परिवार ने बख्शिश कीते हुए गृह विखे तुर की बाणी आई। तिन सगली चिंत वटाई जी के श्री सहज पाठ पर आरंभ करवाए। सतगुरां दी महान मेहरामत होई। एक ओंकार तो लैके 18, 10, 20 तक संपूर्ण श्री गुरु ग्रंथ साहिब जी की पावन पवित्र बाणी दे भोग पे। उपरंत इस पावन स्थान ते सतगुरां द्वारा जो मर्यादा दर्शाई है, अंते सतगुरु बोलिया मैं पिछे कीर्तन करे हो निर्वाण दियो। गुरमत समागम आयोजित किए, जिमें भाई साहब जी दस रहे सन भी सिखिज्म के जो वीर मुख संचालक हैं भाई अनोख सिंह जी, उन्हों का फुरना सी इन गुरमत समागम का रूप दिता जाए। और ज्यों ही इस पावन पवित्र स्थान के अंदर असी प्रवेश होए ते अंदर जिहड़ियां एक वाइब्रेशन कह लीए जां इत्थों का माहौल है ना, वो गुरबाणी विचार, गुरबाणी कीर्तन या शब्द के नाल जुड़न वाला सी। आउंदे ये चीज़ महसूस हुई, शब्द के नाल जुड़ना है, कीर्तन के नाल जुड़ना है, जां अपनी सुरती नूं गुरु साहब के चरणों के नाल जोड़ना है, उहदे वास्ते एक माहौल चाहिए है। और इस दे विच होर इस विचार नूं डूंघाई दे नाल विचारीए ते जिहड़ी रूह साडे तो विछड़ गई हुंदी है,
ਉਹਦੀ ਆਪਣੇ ਜੀਵਨ ਕਾਲ ਦੇ ਵਿੱਚ ਜਿਹੜੀ ਘਾਲਣਾ ਹੁੰਦੀ ਏ, ਜੋ ਉਹਨੇ ਸਤ ਸੰਤੋਖ ਦਇਆ ਧਰਮ ਧੀਰਜ ਆਪਣੇ ਜੀਵਨ ਦੇ ਵਿੱਚ ਕਮਾਇਆ ਹੁੰਦਾ ਹੈ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਦੀ ਬਰਕਤ ਵੀ ਵਰਤਦੀ ਏ, ਇਕਾਗਰਤਾ ਬਣਦੀ ਏ। ਆਮ ਹੀ ਜਦੋਂ ਸਮਾਗਮਾਂ ਤੇ ਜਾਂਦੇ ਆ ਨਾ, ਤੇ ਉੱਥੇ ਕੀਰਤਨ ਦੀ ਹਾਜ਼ਰੀ ਭਰੀਏ, ਕਥਾ ਦੀ ਹਾਜ਼ਰੀ ਭਰੀਏ, ਬੜਾ ਟਿਕਾਅ ਬਣਦਾ ਹੈ, ਬੜਾ ਆਨੰਦ ਆਵੇਗਾ ਅੰਦਰ ਨੂੰ। ਤੇ ਬਾਅਦ ਵਿੱਚ ਵਿਚਾਰ ਪਰਿਵਾਰ ਦੇ ਨਾਲ ਪੁੱਛੀਦਾ ਹੈ ਵੀ ਇਸ ਗੁਰਮੁਖ ਦਾ ਜੀਵਨ ਕੈਸਾ ਸੀ। ਉਹ ਕਹਿਣਗੇ ਵੀ ਸਿਮਰਨ ਤੇ ਸੇਵਾ ਵਾਲਾ ਖਜ਼ਾਨਾ ਇਹਨਾਂ ਦੇ ਪਾਸ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਭੰਡਾਰਾ ਭਰਿਆ ਸੀ। ਤੋ ਵਿਚਾਰ ਪ੍ਰਾਰੰਭ ਤੋਂ ਪਹਿਲਾਂ ਨਾਸਰੋ ਮਨਸੂਰ ਇਸ ਦੀ ਮਨਜ਼ੂਰ ਹਕਰਾ ਗੰਜ਼ੂਰ ਜ਼ੁਮਲਾ ਫੈਜ਼ੇ ਨੂਰ ਹੱਕ ਹੱਕ ਅਗਾਹ ਸ਼ਾਹ ਸ਼ਹਿਨਸ਼ਾਹ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰ ਫਤਿਹ ਦੇ ਨਾਲ ਹਾਜ਼ਰੀ ਰਵਾਈਏ। ਕੁਝ ਕਹਿਣ ਦੀ ਅਸੀਸ ਬਖਸ਼ੋ। ਬੜੇ ਪ੍ਰੇਮ ਦੇ ਨਾਲ ਇੱਕ ਸੁਰ ਵਿੱਚ ਇਕਾਗਰਤਾ ਸਹਿਤ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਰੰਭਤਾ ਤੇ ਇੱਕ ਸ਼ਲੋਕ ਪੜਿਆ, ਜਗ ਰਚਨਾ ਸਭ ਝੂਠ ਹੈ। ਜਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਦੁਨੀਆ ਮੁਕਾਮੇ ਫਾਨੀ। ਫਾਨੀ ਤੋਂ ਭਾਵ ਹੁੰਦਾ ਹੈ ਫਨਾਹ ਹੋ ਜਾਣ ਵਾਲਾ, ਨਾਸ਼ ਹੋ ਜਾਣ ਵਾਲਾ। ਔਰ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਗ ਰਚਨਾ ਸਭ ਝੂਠ ਹੈ। ਸੰਸਾਰ ਦੀ ਸਾਰੀ ਜਿਹੜੀ ਰਚਨਾ ਹੈ ਮਹਾਰਾਜ ਸਾਹਿਬ ਕਹਿੰਦੇ ਝੂਠੀ ਹੈ। ਔਰ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ, ਜੇ ਸੰਸਾਰ ਦੀ ਰਚਨਾ ਝੂਠੀ ਹੈ ਫਿਰ ਸੱਚ ਕਿਉਂ ਪ੍ਰਤੀਕ ਹੁੰਦੀ ਹੈ? ਔਰ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਇਹ ਸਵਾਲ ਕਰਕੇ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਜਵਾਬ ਵੀ ਦਿੰਦੇ ਨੇ, ਕਿਉਂਕਿ ਇਹ ਰਚਨਾ ਸੱਚੇ ਦੀ ਬਣਾਈ ਹੋਈ ਹੈ ਤਾਂ ਸੱਚ ਪ੍ਰਤੀਕ ਹੁੰਦੀ ਹੈ। ਜਾਣੀ ਕਿ ਸੱਚ ਨਹੀਂ, ਸੱਚ ਜਾਪਦੀ ਹੈ। ਉਹਨੂੰ ਕਹਿੰਦੇ ਨੇ ਮਿਥਿਆ। ਜੋ ਅਸਲ ਵਿੱਚ ਸੱਚ ਪ੍ਰਤੀਕ ਹੋਵੇ ਪਰ ਸੱਚ ਨਾ ਹੋਵੇ ਉਹਨੂੰ ਕਹਿੰਦੇ ਨੇ ਮਿਥਿਆ। ਜਿਵੇਂ ਸਾਨੂੰ ਰਾਤੀ ਨੀਂਦਰ ਦੇ ਵਿੱਚ ਸੁਪਨਾ ਆਉਂਦਾ ਹੈ, ਜਦੋਂ ਸੁਪਨਾ ਵੇਖ ਰਹੇ ਹੁੰਦੇ ਆ ਤੇ ਸੁਪਨਾ ਸੱਚ ਪ੍ਰਤੀਕ ਹੁੰਦਾ ਹੈ, ਪਰ ਅਸਲ ਦੇ ਵਿੱਚ ਸੁਪਨਾ ਸੱਚ ਨਹੀਂ। ਕਦੋਂ ਪਤਾ ਲੱਗਦਾ ਹੈ? ਜਦੋਂ ਅੱਖ ਖੋਲਦੀ ਹੈ। ਇਸੇ ਤਰ੍ਹਾਂ ਇਹ ਸੰਸਾਰ, ਇਹ ਜੀਵਨ ਸੱਚਾ ਨਹੀਂ। ਕਦੋਂ ਪਤਾ ਲੱਗਦਾ ਹੈ? ਜਦੋਂ ਅਖੀਰ ਵਾਲਾ ਸਮਾਂ ਆਉਂਦਾ ਹੈ। ਔਰ ਦੇ ਗਹੁ ਦੇ ਨਾਲ ਵਿਚਾਰੀਏ ਤੇ ਸਾਰਾ ਸੰਸਾਰ ਹੀ ਦੋ ਪੱਖਾ ਨਜ਼ਰ ਆਵੇਗਾ। ਜਿਵੇਂ ਉਦਾਹਰਨ ਦੇ ਲਈ ਦਿਨ ਚੜ੍ਹਦਾ ਹੈ ਸੂਰਜ ਦੀ ਲਾਲੀ ਦੇ ਨਾਲ, ਔਰ ਰਾਤ ਪੈਂਦੀ ਹੈ ਸੂਰਜ ਛਿਪਣ ਦੇ ਨਾਲ, ਜਾਣੀ ਕਿ ਦਿਨ ਦਾ ਦੂਜਾ ਪਾਸਾ ਹੈ ਰਾਤ। ਇਸੇ ਤਰ੍ਹਾਂ ਜਿਸ ਸੰਸਾਰ ਦੇ ਵਿੱਚ ਮਹਾਰਾਜ ਸਾਹਿਬ ਨੇ ਇਸਤਰੀ ਪੈਦਾ ਕੀਤੀ ਤੇ ਦੂਜਾ ਪੱਖ ਮਰਦ ਹੈ, ਇਸੇ ਤਰ੍ਹਾਂ ਸੰਸਾਰ ਦੇ ਵਿੱਚ ਜੇ ਸੁੱਖ ਨੇ ਤੇ ਸੁੱਖ ਦਾ ਦੂਜਾ ਪਾਸਾ ਦੁੱਖ ਹੈ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਜੇ ਨਾਨਾ ਪ੍ਰਕਾਰ ਦੇ ਭੋਗ ਨੇ ਤੇ ਭੋਗਾਂ ਨੂੰ ਭੋਗ ਕੇ ਬੰਦਾ ਕਹਿੰਦਾ ਬੜਾ ਰਸ ਆਇਆ ਹੈ, ਬੜਾ ਆਨੰਦ ਆਇਆ ਹੈ, ਤੇ ਸਾਧ ਸੰਗਤ ਭੋਗ ਇੱਕ ਦਿਨ ਰੋਗ ਵੀ ਬਣ ਜਾਂਦੇ ਨੇ। ਜੇ ਭੋਗਾਂ ਦੇ ਆਨੰਦ ਦੇ ਵਿੱਚ ਸੁੱਖ ਹੈ ਤੇ ਜਦੋਂ ਭੋਗ ਰੋਗ ਬਣਦੇ ਨੇ ਉਦੋਂ ਦੁੱਖ ਪ੍ਰਤੀਤ ਹੁੰਦਾ ਹੈ, ਉਦੋਂ ਪੀੜਾ ਮਹਿਸੂਸ ਹੁੰਦੀ ਹੈ। ਇਸੇ ਤਰ੍ਹਾਂ ਜੇ ਸੰਸਾਰ ਤੇ ਨਿਮਰਤਾ ਹੈ ਤੇ ਦੂਜੇ ਪਾਸੇ ਹੰਕਾਰ ਵੀ ਹੈ। ਜੇ ਸੰਸਾਰ ਤੇ ਸਾਨੂੰ ਚਾਹੁਣ ਵਾਲੇ, ਸਾਨੂੰ ਪ੍ਰੇਮ ਕਰਨ ਵਾਲੇ, ਸਭ ਤੋਂ ਆਪਾ ਵਾਰਨ ਵਾਲੇ ਨੇ ਤੇ ਸਾਡੇ ਨਾਲ ਨਫ਼ਰਤ ਕਰਨ ਵਾਲੇ ਵੀ ਹਨ। ਦੋਸਤਾਂ ਦੀ ਜਗ੍ਹਾ ਦੂਜਾ ਪਾਸਾ ਦੁਸ਼ਮਣਾਂ ਵਾਲਾ ਵੀ ਹੈ। ਔਰ ਜਿੱਥੇ ਸਾਡੀ ਤੰਦਰੁਸਤੀ ਲਈ, ਸਾਡੀ ਚੜ੍ਹਦੀ ਕਲਾ ਦੇ ਲਈ, ਸਾਡੀ ਸੁੱਖ ਮੰਗਣ ਵਾਲੇ ਹਨ, ਉੱਥੇ ਸਾਧ ਸੰਗਤ ਮੰਦੀ ਭਾਵਨਾ ਰੱਖਣ ਵਾਲੇ ਵੀ ਹਨ। ਇਸੇ ਪ੍ਰਕਾਰ ਹੀ ਜੇ ਤਪੋਂ ਰਾਜ ਪ੍ਰਾਪਤ ਹੁੰਦਾ ਹੈ ਤੇ ਅਸਕਰੀ ਰਾਜੇ ਹੰਕਾਰੀ ਹੋ ਜਾਂਦੇ ਨੇ।
ਤੇ ਹੰਕਾਰੀਆਂ ਦਾ ਨਾਸ਼ ਵੀ ਹੁੰਦਾ ਹੈ। ਨਿਮਰਤਾ ਜਿੱਤਦੀ ਆਈ ਹੈ, ਹੰਕਾਰ ਹਾਰਦਾ ਆਇਆ ਹੈ। ਆਪਾਂ ਰੋਜ਼ਾਨਾ ਹੀ ਪੜ੍ਹਦੇ ਨਾ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਮੇਰੇ ਕਹਿਣ ਤੋਂ ਭਾਵ ਸਾਰਾ ਸੰਸਾਰ ਦੋ ਪੱਖਾ ਹੈ। ਇਸੇ ਤਰ੍ਹਾਂ ਸਾਧ ਸੰਗਤ ਇਸ ਇੱਕ ਪਾਸਾ ਜਨਮੇ ਤੇ ਦੂਜਾ ਪਾਸਾ ਮੌਤ ਹੈ। ਜਾਂ ਏਦਾਂ ਕਹਿ ਲਈਏ ਵੀ ਇਹ ਸੰਸਾਰ ਉਹ ਸੱਚੇ ਅਕਾਲ ਪੁਰਖ ਪ੍ਰਮਾਤਮਾ ਦੀ ਕੋਠੜੀ ਹੈ, ਔਰ ਇਸ ਕੋਠੜੀ ਨੂੰ ਦੋ ਦਰਵਾਜ਼ੇ ਨੇ। ਇੱਕ ਜਨਮ ਵਾਲਾ ਦਰਵਾਜ਼ਾ ਹੈ, ਬੰਦਾ ਜਨਮ ਲੈ ਕੇ ਇਸ ਸੰਸਾਰ ਰੂਪੀ ਕੋਠੀ ਵਿੱਚ ਆ ਰਿਹਾ ਹੈ। ਸਵਾਸਾਂ ਦੀ ਪੂੰਜੀ ਲੈ ਕੇ ਪ੍ਰਮਾਤਮਾ ਤੋਂ ਆਇਆ, ਔਰ ਜਿਸ ਦਿਨ ਉਹ ਸਵਾਸਾਂ ਦੀ ਪੂੰਜੀ ਸਮਾਪਤ ਹੋਈ, ਇਸ ਸੰਸਾਰ ਨੂੰ ਛੱਡ ਕੇ ਕੂਚ ਕਰ ਗਿਆ, ਔਰ ਸੰਸਾਰ ਨੇ ਕਿਹਾ ਇਹਦੀ ਮੌਤ ਹੋਈ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੋਵੇਂ ਪੱਖ ਸਹਿਸਕ੍ਰਿਤੀ ਬਾਣੀ ਅੰਦਰ ਸਾਡੇ ਨਾਲ ਸਾਂਝੇ ਕਰਦੇ ਨੇ। ਪਾਤਸ਼ਾਹ ਜੀ ਫਰਮਾਉਂਦੇ ਨੇ, ਜਨਮੰ ਤਾਂ ਮਰਨੰ, ਹਰਖੰ ਤਾਂ ਸੋਗੰ, ਭੋਗੰ ਤਾਂ ਰੋਗੰ, ਊਚੰ ਤਾਂ ਨੀਚੰ, ਨਾਨਾ ਸੋ ਮੂਚੰ, ਰਾਜੰ ਤਾਂ ਮਾਣੰ, ਅਭਮਾਨੰ ਤਾਂ ਹੀਣੰ, ਪ੍ਰਵਿਰਤ ਮਾਰਗੰ ਵਰਤੰਤ ਵਿਨਾਸ਼ਨੰ। ਕਹਿੰਦੇ ਜਿਹੜੇ ਜੀਵ ਮਾਇਆ ਦੇ ਹੱਥਾਂ ਵਿੱਚ ਪ੍ਰਵਿਰਤ ਹੁੰਦੇ ਨੇ, ਇੱਕ ਦਿਨ ਉਹਨਾਂ ਦਾ ਨਾਸ਼ ਹੁੰਦਾ ਹੈ। ਪਰ ਸੰਪੂਰਨਤਾ ਤੇ ਇੱਕ ਬਚਨ ਕੀਤਾ, ਗੋਬਿੰਦ ਭਜਨ ਸਾਧ ਸੰਗੇਨ ਅਸਤਰੰ, ਨਾਨਕ ਭਗਵੰਤ ਭਜਨਾਸਨੰ। ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਜਿਹੜਾ ਭਜਨ ਦਾ ਭੋਜਨ ਕਰ ਲੈਂਦਾ ਏ, ਉਹਦਾ ਕੋਈ ਦੂਜਾ ਪਾਸਾ ਨਹੀਂ, ਉਹਦਾ ਕਦੀ ਨਾਸ਼ ਨਹੀਂ ਹੁੰਦਾ। ਬਾਕੀ ਸਾਰਾ ਸੰਸਾਰ ਦੋ ਪੱਖਾ ਹੈ। ਸਾਡੇ ਵਿੱਚੋਂ ਕੋਈ ਬਾਂਹ ਖੜੀ ਕਰਕੇ ਇਸ ਗੱਲ ਦਾ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਸਦੀਵ ਕਾਲ ਵਾਸਤੇ ਜਿੰਦਾ ਰਵਾਂਗਾ, ਕਿਉਂਕਿ ਤਰਤ ਆਕਾਸ਼ ਪਤਾਲ ਹੈ, ਚੰਦ ਸੂਰ ਬਿਨਾਸੀ। ਬਾਦਸ਼ਾਹ ਸ਼ਾਹ ਅਮਰਾਵ ਖਾਨ ਢਾਹੇ ਡੇਰੇ ਜਾਸੀ। ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਧਾਸੀ। ਕਾਜੀ ਸ਼ੇਖ ਮਸਾਏ ਕਾ ਸਭੇ ਉਠ ਜਾਸੀ। ਪੀਰ ਪੈਗੰਬਰ ਔਲੀਏ ਕੋ ਥਿਰ ਨਾ ਰਹਾਸੀ। ਰੋਜ਼ਾ ਬਾਂਗ ਨਿਵਾਜ ਕਤੇਬ ਵਿਣ ਬੁੱਝੇ ਸਭ ਜਾਸੀ। ਸਾਰਾ ਕੁਝ ਮਹਾਰਾਜ ਨੇ ਗਿਣ ਕੇ ਆਖਿਆ, 184 ਮੇਦਨੀ ਸਭ ਆਵੇ ਜਾਸੀ। ਮਹਾਰਾਜ ਕੋਈ ਸੱਚਾ ਵੀ ਹੈ। ਪਾਤਸ਼ਾਹ ਜੀ ਕਹਿੰਦੇ, ਹਾਂ ਨਿਹਚਲ ਸੱਚ ਖੁਦਾਏ ਏਕ, ਇੱਕ ਅਕਾਲ ਪੁਰਖ ਪ੍ਰਮਾਤਮਾ ਸੱਚਾ ਹੈ। ਜਿਹਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਆਦ ਸੱਚ ਉਹ ਮੁੱਢ ਤੋਂ ਸੱਚਾ ਹੈ। ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਪ੍ਰਭ ਹੈ ਭੀ ਹੋਵਨਹਾਰਾ। ਨਿਹਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਵਨਾਸੀ। ਇੱਕ ਪ੍ਰਮਾਤਮਾ ਸੱਚਾ ਹੈ ਜੀ, ਔਰ ਦੂਜਾ ਜਿਹੜਾ ਬੰਦਗੀ ਕਰਕੇ ਪ੍ਰਮਾਤਮਾ ਦਾ ਬੰਦਾ ਬਣ ਗਿਆ, ਬੰਦਗੀ ਕਰਕੇ ਉਹਦੇ ਕਰਮ ਐਸੇ ਬਣ ਗਏ, ਉਹਦੇ ਜੀਵਨ ਦੇ ਵਿੱਚੋਂ ਸਤ ਸੰਤੋਖ ਦਇਆ ਧਰਮ ਧੀਰਜ ਦੀ ਮਹਿਕ ਆਉਣ ਲੱਗ ਪਈ। ਉਹ ਸੰਸਾਰ ਤੇ ਨੇਕੀ ਕਰਕੇ ਸਦਾ ਵਾਸਤੇ ਜਿੰਦਾ ਰਹੇਗਾ। ਕਿਉਂਕਿ ਸੰਸਾਰ ਵੱਲ ਵੇਖੀਏ ਨਾ, ਕੋਈ ਪ੍ਰਾਣੀ ਮਾਤਰ ਸੰਸਾਰ ਤੋਂ ਚੜ੍ਹਾਈ ਕਰ ਜਾਵੇ ਤੇ ਵੱਧ ਤੋਂ ਵੱਧ ਉਹਦੇ ਪੋਤਰਿਆਂ ਤੱਕ ਪੜੋਤੜਿਆਂ ਤੱਕ ਉਹਨੂੰ ਕੋਈ ਯਾਦ ਰੱਖਦਾ ਏ। ਅੱਜ ਦੇ ਬੱਚਿਆਂ ਨੂੰ ਆਪਣੇ ਪੜਦਾਦੇ ਦਾ ਨਾਂ ਪੁੱਛ ਕੇ ਵੇਖ ਲਓ, ਕਿਸੇ ਨੂੰ ਯਾਦ ਨਹੀਂ ਹੋਵੇਗਾ। ਪਰ ਸਤਿਗੁਰੂ ਜੀ ਕਹਿੰਦੇ, ਮੋਇਆ ਗੰਢ ਨੇਕੀ ਸੱਤ ਹੋਏ। ਭਾਈ ਮਰਨ ਤੋਂ ਬਾਅਦ ਸੰਸਾਰ ਦੇ ਨਾਲ ਜੇ ਸਾਂਝ ਰਹਿੰਦੀ ਏ ਤੇ ਦੋ ਚੀਜ਼ਾਂ ਕਰਕੇ, ਇੱਕ ਨੇਕੀ ਤੇ ਦੂਜਾ ਸੱਤ ਕਰਕੇ। ਕਿਉਂਕਿ ਸਾਧ ਸੰਗਤ ਜਿਸ ਦੇ ਅੰਦਰ ਸੱਚ ਹੈ ਨਾ, ਉਹੀ ਨੇਕੀ ਕਰ ਸਕਦਾ ਹੈ, ਉਹੀ ਪਰਉਪਕਾਰ ਕਰ ਸਕਦਾ ਹੈ। ਮਹਾਰਾਜ ਨੇ ਤੇ ਗੁਰਬਾਣੀ ਵਿੱਚ ਇੱਥੋਂ ਤੱਕ ਵੀ ਕਹਿ ਦਿੱਤਾ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਭਾਈ ਪਰਉਪਕਾਰ ਕਰੇਗਾ, ਦਇਆ ਕਰੇਗਾ। ਸਨਾਤਨਵਾਦ ਦੇ ਅਨੁਸਾਰ ਜਿਹੜੇ 68 ਤੀਰਥ ਮੰਨੇ ਗਏ ਆ, ਇੱਕ ਜੀਵ ਤੇ ਦਇਆ ਕਰਦੇ ਉਹਨਾਂ ਦਾ ਫਲ ਤੈਨੂੰ ਪ੍ਰਾਪਤ ਹੋ ਜਾਵੇਗਾ। ਤੋ ਅਕਾਲ ਪੁਰਖ ਪ੍ਰਮਾਤਮਾ ਸੱਚਾ ਹੈ ਜੀ।
ਨਿਹਚਲ ਸੱਚ ਖੁਦਾਏ ਏਕ ਤੇ ਦੂਜਾ ਖੁਦਾਏ ਬੰਦਾ ਅਬਨਾਸੀ। ਤੇ ਮਹਾਰਾਜ ਨੇ ਸਭ ਤੋਂ ਵੱਧ ਮਹਿਮਾ ਕੀਤੀ ਨਾਮ ਦੀ। ਦੂਜੇ ਨੰਬਰ ਤੇ ਉਹਨਾਂ ਦੀ ਵਡਿਆਈ ਹੈ ਜਿਨ੍ਹਾਂ ਦੇ ਅੰਤਰ ਆਤਮੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਪ੍ਰਕਾਸ਼ ਹੋ ਗਿਆ। ਔਰ ਤੀਜਾ ਸਾਧ ਸੰਗਤ ਮਹਾਰਾਜ ਸਾਹਿਬ ਨੇ ਮੌਤ ਚੇਤੇ ਕਰਾ ਕੇ ਬੰਦੇ ਨੂੰ ਆਖਿਆ, ਭਾਈ ਆਪਣੀ ਜੜ ਦੇ ਨਾਲ, ਆਪਣੇ ਮੂਲ ਦੇ ਨਾਲ ਜਾਂ ਸੱਚ ਦੇ ਨਾਲ ਜੁੜ ਜਾ। ਜਿਵੇਂ ਆਪਾਂ ਰੋਜ਼ਾਨਾ ਨਿਤਨੇਮ ਕਰਦੇ ਨਾ, ਆਨੰਦ ਸਾਹਿਬ ਦੀ ਬਾਣੀ ਪੜ੍ਹਦੇ, ਪਾਤਸ਼ਾਹ ਜੀ ਕਹਿੰਦੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ, ਐਸਾ ਕੰਮ ਬੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ, ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਐਸੋ ਸੰਸਾਰ ਪਿਖ ਨਾ ਰਹਿ ਨਾ ਕੋ ਪਈ ਹੈ ਰੇ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੋ ਧੱਕਾ ਦੇਵਈ ਹੈ ਰੇ, ਬਾਰੇ ਬੂਢੇ ਤਰੁਨੇ ਭਈਆ ਸਭ ਹੂੰ ਜਮ ਲੈ ਜਈ ਹੈ ਲੇ, ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ, ਧਨਵੰਤਾ ਅਰ ਨਿਰਧਨ ਬਣਈ ਤਾਂ ਕੀ ਕਛੂ, ਤੇ ਆਖਿਆ ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ। ਉਹਨਾਂ ਬਾਬਤ ਆਖਿਆ ਜਿਨ੍ਹਾਂ ਦੇ ਅੰਤਰ ਆਤਮੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਪ੍ਰਕਾਸ਼ ਹੋਇਆ, ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਪ੍ਰਮਾਤਮਾ ਦੇ ਨਾਮ ਦੀ ਰੌਂ ਚੱਲ ਗਈ। ਆਖਿਆ ਆਵਹੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਇੱਕ ਛੋਟੀ ਜੀ ਸਾਖੀ ਕਹਿ ਕੇ ਸਾਧ ਸੰਗਤ ਮੈਂ ਸੰਪੰਨਤਾ ਵੱਲ ਆਵਾਂਗਾ, ਕਿਉਂਕਿ ਮਹਾਨ ਵਿਦਵਾਨ ਆਏ ਨੇ ਤੇ ਸਾਰਿਆਂ ਨੇ ਹਾਜ਼ਰੀ ਭਰਨੀ ਹੈ, ਆਪ ਸੰਗਤਾਂ ਦੇ ਰੂਬਰੂ ਹੋਣਾ ਹੈ। ਇੱਕ ਵਾਰੀ ਇੱਕ ਸਾਧੂ ਇੱਕ ਰਾਜੇ ਦੇ ਦਰਬਾਰ ਦੇ ਕੋਲੋਂ ਦੀ ਗੁਜ਼ਰ ਰਿਹਾ ਸੀ। ਉਹਦੇ ਮਨ ਵਿੱਚ ਦਇਆ ਆ ਗਈ ਵੀ ਰਾਜੇ ਕੋ ਫੌਜਾਂ ਨੇ, ਨੌਕਰ ਚਾਕਰ ਏ, ਰਾਜ ਮਹਾਲੇ, ਰਾਣੀਆਂ ਨੇ, ਚਾਰ ਪ੍ਰਕਾਰ ਦੀਆਂ ਫੌਜਾਂ, ਹਰ ਕੋਈ ਸਾਧਨ ਹੈ, ਪਰ ਇੱਕ ਚੀਜ਼ ਤੋਂ ਸਖਣਾ ਹੈ, ਇੱਕ ਚੀਜ਼ ਤੋਂ ਖਾਲੀ ਹੈ, ਪ੍ਰਮਾਤਮਾ ਦੇ ਨਾਮ ਤੋਂ। ਕਿਉਂ ਨਾ ਇਹਨੂੰ ਕੋਈ ਰੱਬੀ ਇਲਹਾਮ, ਕੋਈ ਰੱਬੀ ਉਪਦੇਸ਼ ਦਿੰਦੇ ਚੱਲੀਏ, ਜਿਹਦੇ ਅੰਤਰਾਤਮੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਵਾਸਾ ਹੋ ਜਾਵੇ ਤੇ ਇਹਦਾ ਆਉਣਾ ਸਫਲ ਹੋ ਜਾਵੇਗਾ। ਕਿਉਂਕਿ ਆਇਆ ਸਫਲਤਾ ਹੋ ਕੋਈ ਗਣੀਏ, ਜਾਸ ਰਸਨ ਹਰ ਹਰ ਮੁਖ ਬਣੀਏ। ਇਹ ਸਾਧੂ ਨੇ ਇੱਛਾ ਜ਼ਾਹਰ ਕੀਤੀ, ਜਾ ਕੇ ਉਸ ਜੋਬਦਾਰ ਨੂੰ ਕਹਿੰਦਾ ਮੈਂ ਅੰਦਰ ਜਾਣਾ ਹੈ। ਉਹ ਕਹਿੰਦਾ ਰਾਜੇ ਕੋ ਤੇਰੇ ਮਿਲਣ ਵਾਸਤੇ ਸਮਾਂ ਨਹੀਂ। ਇਹਨੇ ਜਿੱਦ ਕੀਤੀ, ਨਹੀਂ ਮੰਨਿਆ। ਸਾਧੂ ਨੇ ਰਾਤ ਜੋ ਸੀ ਉਹ ਇੱਕ ਰੁੱਖ ਥੱਲੇ ਬਤੀਤ ਕੀਤੀ। ਅੰਮ੍ਰਿਤ ਵੇਲਾ ਹੋਇਆ, ਦਰਬਾਰ ਲੱਗਾ। ਇਹ ਫਿਰ ਉਸੇ ਚੌਬਦਾਰ ਦੇ ਪਾਸ ਚਲਾ ਗਿਆ, ਕਹਿੰਦਾ ਰਾਜੇ ਨੂੰ ਮਿਲਣਾ। ਕਹਿੰਦਾ ਕੱਲ ਵੀ ਤੈਨੂੰ ਮੋੜਿਆ ਸੀ ਵੀ ਨਹੀਂ ਮਿਲ ਸਕਦਾ, ਰਾਜੇ ਕੋਲ ਇੰਨਾ ਸਮਾਂ ਕਿੱਥੇ। ਇਹਨੇ ਕਿਹਾ ਸੱਜਣਾ, ਮੈਂ ਮਨ ਵਿੱਚ ਠਾਣ ਲਈਏ ਰਾਜੇ ਨੂੰ ਮਿਲ ਕੇ ਜਾਵਾਂਗਾ। ਦੂਜੀ ਗੱਲ ਨਹੀਂ, ਚਾਹੇ ਅੱਜ ਮਿਲਾ ਦੇ, ਇੱਕ ਮਹੀਨੇ ਨੂੰ ਮਿਲਾ ਦੇ, ਚਾਹੇ ਸਾਲ ਨੂੰ ਮਿਲਾ ਦੇ, ਵੀ ਰਾਜੇ ਨੂੰ ਮਿਲ ਕੇ ਜਾਵਾਂਗਾ। ਉਹ ਸਾਧ ਸੰਗਤ ਚੌਬਦਾਰ ਨੇ ਸੋਚਿਆ ਵੀ ਬੰਦਾ ਹਠੀ ਲੱਗਦਾ ਏ, ਇਹਨੇ ਹਟਣਾ ਨਹੀਂ। ਜਾ ਕੇ ਰਾਜੇ ਨੂੰ ਪੁੱਛਿਆ, ਰਾਜਾ ਕਹਿੰਦਾ ਇਹਨੂੰ ਭੇਜ ਦੇ, ਨਾਲ ਕਹਿ ਦੇਵੀਂ ਵੀ ਉਹਦੇ ਵਾਸਤੇ ਸਿਰਫ 2 ਮਿੰਟ ਨੇ, ਕੋਈ ਲੰਮੀ ਕਹਾਣੀ ਪਾ ਕੇ ਨਾ ਬੈਠ ਜਾਵੇ, ਆਵੇ ਜੋ ਕਹਿਣਾ ਹੈ ਕਹਿ ਕੇ ਚੱਲਦਾ ਬਣੇ। ਉਹ ਸਾਧੂ ਰਾਜੇ ਦੇ ਸਾਹਮਣੇ ਪੇਸ਼ ਹੋਇਆ। ਰਾਜੇ ਨੇ ਫਿਰ ਕਹਿ ਦਿੱਤਾ, ਜੋ ਕਹਿਣਾ ਹੈ ਜਲਦੀ ਕਹੋ। ਸਾਧ ਸੰਗਤ ਉਹਨੇ ਕੁਝ ਆਖਿਆ ਨਹੀਂ। ਉਹਨੇ ਕਾਗਜ਼ ਲਿਆ, ਕਾਗਜ਼ ਤੇ ਕੁਝ ਅੱਖਰ ਲਿਖੇ ਤੇ ਅੱਖਰ ਲਿਖ ਕੇ ਉਹ ਕਾਗਜ਼ ਲਪੇਟ ਕੇ ਰਾਜੇ ਨੂੰ ਫੜਾ ਦਿੱਤੇ। ਰਾਜੇ ਨੇ ਉਹ ਕਾਗਜ਼ ਖੋਲਿਆ, ਖੋਲ ਕੇ ਵੇਖਦਾ ਕੀ ਲਿਖਿਆ ਹੈ, ਇਹ ਵੀ ਨਹੀਂ ਰਹਿਣਾ। ਉਹ ਕਾਗਜ਼ ਪਾ ਕੇ ਸਾਧੂ ਚੱਲਦਾ ਬਣਿਆ। ਸਮੇਂ ਨੇ ਕਰਵਟ ਖਾਦੀ, ਚੱਕਰਵਰਤੀ ਰਾਜੇ ਨੇ ਉਸ ਰਾਜੇ ਤੇ ਹਮਲਾ ਕੀਤਾ ਔਰ ਉਸ ਹਮਲੇ ਵਿੱਚ ਉਹਦਾ ਰਾਜ ਭਾਗ, ਫੌਜਾਂ, ਨੌਕਰ ਚਾਕਰ ਸਾਰਾ ਕੁਝ ਆਪਣੇ ਹਵਾਲੇ ਕਰ ਲਿਆ, ਉੱਤੇ ਕਾਬਜ ਹੋ ਗਿਆ। ਔਰ ਉਸ ਰਾਜੇ ਦਾ ਇੱਕ ਹੌਸਲਾ, ਇੱਕ ਤਾਕਤ ਪੈਦਾ ਹੋਈ ਵੀ ਜੇ ਮੇਰਾ ਰਾਜਿਆਂ ਵਾਲਾ ਸਮਾਂ ਨਹੀਂ ਰਿਹਾ, ਭਿਖਾਰੀਆਂ ਵਾਲਾ ਸਮਾਂ ਵੀ ਨਹੀਂ ਰਹੇਗਾ। ਇੱਕ ਚੱਕਰਵਰਤੀ ਰਾਜੇ ਦੇ ਪੇਸ਼ ਹੋਇਆ, ਕਹਿੰਦਾ ਮੇਰੇ ਨਾਲ ਛਲ ਹੋਇਆ ਹੈ, ਮੇਰੇ ਨਾਲ ਧੋਖਾ ਹੋਇਆ ਹੈ, ਅਚਾਨਕ ਹਮਲਾ ਕਰਕੇ ਮੇਰਾ ਰਾਜ ਭਾਗ ਖੋਲਿਆ ਹੈ। ਉਸ ਰਾਜੇ ਦੇ ਮਨ ਵਿੱਚ ਦਇਆ ਆਈ, ਫੌਜਾਂ ਚਾਕਰ ਨੌਕਰ ਦਿੱਤੇ ਔਰ ਵੱਡਾ ਅਸਲਾ ਦਿੱਤਾ। ਇਸ ਰਾਜੇ ਨੇ ਉਸ ਰਾਜੇ ਦੀ ਮਦਦ ਲੈ ਕੇ ਆਪਣੇ ਕਾਬਜ ਹੋਏ ਰਾਜੇ ਤੇ ਹਮਲਾ ਕੀਤਾ ਤੇ ਰਾਜ ਭਾਗ ਨੂੰ ਵਾਪਸ ਮਿਲ ਗਿਆ। ਅੱਜ ਫਿਰ ਆਪਣੇ ਘਰ ਜਾਂ ਕਹਿ ਲਈਏ ਰਾਜ ਭਾਗ ਆਪਣੇ ਸਿੰਘਾਸਨ ਤੇ ਬੈਠਾ ਏ ਤੇ ਸਾਧੂ ਦਾ ਬਚਨ ਚੇਤੇ ਆਇਆ। ਕਹਿੰਦਾ ਉਹਦੇ ਬਚਨ ਸੱਚੇ ਸਨ। ਉਹਨੇ ਕਿਹਾ ਸੀ ਵੀ ਇਹ ਵੀ ਨਹੀਂ ਰਹਿਣਾ, ਰਾਜ ਭਾਗ ਨਹੀਂ ਰਿਹਾ।
जंगल विच भिखारियां वाला समा सी, उहदे बचन नूं चेते कीता ते भिखारी तो फिर राजा बन गया है। उस वेले अहलकारां नूं हुक्म कीता भी जिवें किवें भी हो सके उस साधु नूं लभ के लैके आओ। ਇਹਦੇ ਅਹਿਲਕਾਰਾਂ ने दिन रात एक कीता, उस साधु नूं फड़ के राज दरबार विच लैके आए। उदों दे आउण ते अज दे आउण विच बड़ा फर्क सी। बड़े सन्मान दे नाल उहदे वास्ते एक तख्त सजाया, राजे दे बराबर बिठाया। राजे ने बड़ा मान सम्मान कीता और अपनी कीती हुई गलती दी खिमा भी मंगी। और फिर कहता है साधु जी तुहाडा बचन मैनू अज भी उपराम करदा है, जदों तुहाडे बचन नूं चेते करदा है ते मेरा सिर चकरा जांदा है। कहन लगे की गल? कहंदे तुसीं उस कागज ते लिखिया सी ये भी नहीं रहना, मेरा राज भाग नहीं रहा। और फिर समय ने करवट खाधी, मैं भिखारी बनिया, तुहाडे बचनां ने ताकत दिती, भिखारी वाला समा भी नहीं रहा। अज फिर तख्तो ताज ते बैठा है ते बचन नूं चेते करके मैं सिर तो लैके पैरां तक हिल जाना है भी ये तख्तो ताज फिर नहीं रहना, वो भी नहीं रहना, वो भी नहीं रहना, ये भी नहीं रहना, रहेगा की? साध संगत ओ साधु दे बचन अल्फाज चाहे कुछ होर होण, पर धन श्री गुरु तेग बहादुर साहब सच्चे पातशाह जी आंदे पावन बचनां दी व्याख्या करदे सन। नाम रहियो साधु रहियो, रहियो गुर गोबिंद, कहो नानक के जगत में किण जपियो गुरमंत। संसार दे साध संगत रब दे प्यारियां दा नाम, परमात्मा दा नाम और नेकी परोपकार रहिंदा है। इसी तरह साध संगत के परिवार जो जथेदार भाई रुलदू सिंह जी खालसा, भाई अनोख सिंह जी दस रहे सन कि बड़ी किरपा सी। साडे दादे भरा तीन ने और दादा जी दे सारे जिहड़े भरा सन वो भी गुरसिख बाणी बाणे दे धारणी। अगे इन्हां दे पिता जी होनी तीन भरा, तिन्ने गुरसिखी बाणी बाणे नाल जुड़े हुए। और अगे साध संगत उन्हां दे जिहड़े पोतरे हन ये पीढ़ी जो है ये भी गुरमत के प्रचार ते प्रसार दे नाल जुड़ी हुई है। इस तो वड्डी खुशी वाली गल की हो सकती है? संसार तो हर एक ने चले जाना है, पर अपने बच्चों वास्ते सब तो वड्डी जिहड़ी प्रॉपर्टी है ना, सब तो ज्यादा लाभ देने वाली प्रॉपर्टी जे कोई बच्चों नूं दे के जांदा है वो है धन गुरु नानक देव साहब सच्चे पातशाह जियां दी बाणी। वो धन श्री गुरु गोबिंद सिंह साहब सच्चे पातशाह जी जिस स्वरूप नूं वेख के खुश हुंदे ने, खालसियां वाला स्वरूप। और ऐसी जो गुरु नानक दे घर दी सिक्ख्या सी, उस सिक्ख्या दी महक भाई रुलदू सिंह जी खालसा अपने परिवार दे विच खंडेर के गए हन। और ये सारा बाणी ते बाणे दा धारणी परिवार सतगुरु जी कृपा करन, विछड़ी हुई रूह नूं आवागौन दे चक्कर तो बचा के अपने चरणां कमलां विच निवास बख्शिश करन, पिछे परिवार नूं भाणा मनन दा बल बख्शण। और ये अरदास करिए इस तरह महाराज साहब इस परिवार नूं अपने चरणां कमलां दे नाल जोड़ करके दिन दुगनी रात चौगनी तरक्की बख्शिश करन। इन्नियां को बेनतियां करदा होया बहुतियां भुल्ला कर गया होवांगा। आप साध संगत पर धन सतगुरु श्री गुरु ग्रंथ साहिब सच्चे पातशाह जी बख्शण जोग हो, कृपा करके बख्श लेना जी। आओ प्रेम सहित फतेह बुलाओ आखो जी। वाहिगुरु जी का खालसा वाहिगुरु जी की